ਮੇਰਾ ਨਾਂ ਕੋਮਲ ਹੈ। ਮੈਂ ਲੁਧਿਆਣੇ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿੰਦੀ ਹਾਂ। ਮੇਰੀ ਇਹ ਕਹਾਣੀ ਮੇਰੇ ਸਹੁਰੇ ਘਰ ਵਿੱਚ ਮੇਰੇ ਉੱਤੇ ਹੋਏ ਜ਼ੁਲਮਾਂ ਦੀ ਹੈ। ਰੱਬ ਮੇਰੇ ਸਹੁਰੇ ਵਰਗਾ ਸਹੁਰਾ ਕਿਸੇ ਨੂੰ ਨਾ ਦੇਵੇ। ਮੈਂ ਉਸ ਘਰ ਵਿੱਚ ਵਿਧਵਾ ਸੀ ਤੇ 5 ਸਾਲ ਤਸੀਹੇ ਝੱਲਦੀ ਰਹੀ। ਘਰ ਵਿੱਚ ਮੌਜੂਦ ਹਰ ਕੋਈ ਮੇਰੇ ਬਾਰੇ ਵੱਖ-ਵੱਖ ਗੱਲਾਂ ਕਰ ਰਿਹਾ ਸੀ। ਉਹ ਬਹਿਸ ਕਰ ਰਹੇ ਸਨ ਕਿ ਵਿਧਵਾ ਹੋਣ ਤੋਂ ਬਾਅਦ ਮੈਨੂੰ ਆਪਣੇ ਪੇਕੇ ਘਰ ਰਹਿਣਾ ਚਾਹੀਦਾ ਹੈ ਜਾਂ ਆਪਣੇ ਸਹੁਰੇ ਘਰ। ਪਰ ਮੇਰੀ ਭਾਬੀ ਨਹੀਂ ਚਾਹੁੰਦੀ ਸੀ ਕਿ ਮੈਂ ਜਾ ਕੇ ਉਸ ਦੇ ਘਰ ਰਹਾਂ, ਕਿਉਂਕਿ ਮੇਰੇ ਭਰਾ ਦੀ ਆਮਦਨ ਬਹੁਤ ਘੱਟ ਹੈ। ਉਹ ਮੇਰੇ ਸਮੇਤ ਮੇਰੇ 2 ਬੱਚਿਆਂ ਦਾ ਬੋਝ ਚੁੱਕਣ ਤੋਂ ਝਿਜਕ ਰਹੀ ਸੀ। ਮੇਰਾ ਭਰਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਸਹੁਰੇ ਨੂੰ ਕਹਿ ਰਿਹਾ ਸੀ ਕਿ ਤੁਸੀਂ ਕੋਮਲ ਨੂੰ ਇਸ ਘਰ ਵਿੱਚ ਹੀ ਹਮੇਸ਼ਾ ਲਈ ਰਹਿਣ ਦਿਓ। ਆਖਰ ਉਹ ਵੀ ਇਸ ਘਰ ਦੀ ਨੂੰਹ ਹੈ। ਮੇਰੀ ਮਾਂ ਵਿਚਾਰੀ ਉੱਥੇ ਚੁੱਪਚਾਪ ਬੈਠੀ ਰਹੀ ਅਤੇ ਸਾਰਿਆਂ ਦੀਆਂ ਗੱਲਾਂ ਸੁਣਦੀ ਰਹੀ। ਸ਼ਾਇਦ ਉਹ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਸੀ। ਉਹ ਵੀ ਮੇਰੇ ਭਰਾ ਤੇ ਭਾਬੀ ਦੇ ਸਹਾਰੇ ਆਪਣਾ ਜੀਵਨ ਬਤੀਤ ਕਰ ਰਹੀ ਸੀ। ਮੈਂ ਸਿਰ ਝੁਕਾ ਕੇ ਚੁੱਪ ਬੈਠੀ ਰਹੀ। ਨਾ ਤਾਂ ਮੈਂ ਉਹਨਾਂ ਦੀ ਬਹਿਸ ਵਿੱਚ ਕੁਝ ਕਹਿ ਸਕਦੀ ਸੀ ਅਤੇ ਨਾ ਹੀ ਉਹਨਾਂ ਨੂੰ ਦੱਸ ਸਕਦੀ ਸੀ ਕਿ ਮੈਂ ਕੀ ਕਰਨਾ ਸੀ। ਮੇਰੇ ਪਤੀ, ਜਿਸ ਦਾ ਨਾਂ ਦੀਪ ਸੀ, ਦੇ ਜਾਣ ਤੋਂ ਬਾਅਦ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਦੁਨੀਆ ਹੀ ਤਬਾਹ ਹੋ ਗਈ ਹੋਵੇ। ਮੈਨੂੰ ਨਹੀਂ ਪਤਾ ਸੀ ਕਿ ਦੀਪ ਅਚਾਨਕ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ। ਮੈਂ ਪੂਰੀ ਤਰ੍ਹਾਂ ਇਕੱਲੀ ਸੀ। ਮੇਰੇ ਨਾਲ ਮੇਰੇ 2 ਬੱਚੇ ਵੀ ਅਨਾਥ ਹੋ ਗਏ ਸਨ। ਭਾਵੇਂ ਦੀਪ ਨਾਲ ਵਿਆਹ ਮੇਰੀ ਪਸੰਦ ਨਾਲ ਨਹੀਂ ਹੋਇਆ ਸੀ, ਪਰ ਵਿਆਹ ਤੋਂ ਬਾਅਦ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗੇ ਸੀ। ਮੈਂ ਵੀ ਆਪਣੇ ਵਿਆਹੁਤਾ ਜੀਵਨ ਤੋਂ ਪਹਿਲਾਂ ਕਦੇ ਕਿਸੇ ਅਜਨਬੀ ਨੂੰ ਨਜ਼ਰ ਚੁੱਕ ਕੇ ਨਹੀਂ ਦੇਖਿਆ ਸੀ। ਮੇਰੇ ਪਤੀ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਵਿਅਕਤੀ ਸਨ ਅਤੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਅਤੇ ਜਦੋਂ ਸਾਡੇ ਦੋਵੇਂ ਬੱਚੇ ਇਸ ਦੁਨੀਆ ਵਿੱਚ ਆਏ ਤਾਂ ਸਾਡੀ ਜ਼ਿੰਦਗੀ ਹਰ ਤਰ੍ਹਾਂ ਨਾਲ ਸੰਪੂਰਨ ਹੋ ਗਈ ਸੀ। ਇਹ ਬੱਚੇ ਸਾਡੇ ਪਿਆਰ ਦਾ ਪ੍ਰਤੀਕ ਸਨ ਅਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਮੈਨੂੰ ਮੇਰੇ ਸਹੁਰੇ ਘਰ ਦੀ ਕਿਸੇ ਵੀ ਚੀਜ਼ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਮੇਰੀ ਸੱਸ ਨਹੀਂ ਸੀ, ਉਹ ਮੇਰੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਈ ਸੀ। ਦੀਪ ਦੀ ਇੱਕ ਭੈਣ ਸੀ, ਉਸ ਦੀ ਭੈਣ ਵਿਆਹੀ ਹੋਈ ਸੀ। ਉਸ ਦਾ ਸਹੁਰਾ ਘਰ ਸਾਡੇ ਘਰ ਤੋਂ ਬਹੁਤ ਦੂਰ ਸੀ, ਜਿਸ ਕਾਰਨ ਉਹ ਸਾਲ ਵਿੱਚ ਇੱਕ ਅੱਧੀ ਵਾਰ ਹੀ ਆਉਂਦੀ ਸੀ। ਘਰ ਵਿੱਚ ਸਿਰਫ ਮੇਰਾ ਸਹੁਰਾ, ਮੇਰਾ ਪਤੀ ਅਤੇ ਸਾਡੇ 2 ਬੱਚੇ ਸਨ। ਕੁਝ ਦਿਨਾਂ ਤੋਂ ਦੀਪ ਨੂੰ ਦਫ਼ਤਰ ਤੋਂ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਹ ਕਾਫੀ ਉਦਾਸ ਰਹਿਣ ਲੱਗ ਪਿਆ ਸੀ। ਉਸ ਦੀ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਕਈ ਵਰਕਰਾਂ ਨੂੰ ਕੰਪਨੀ ਵਿੱਚੋਂ ਕੱਢਿਆ ਜਾ ਰਿਹਾ ਸੀ। ਦੀਪ ਵੀ ਬਹੁਤ ਚਿੰਤਤ ਸੀ, ਕਿਉਂਕਿ ਜੇਕਰ ਕੰਪਨੀ ਨੇ ਉਸ ਨੂੰ ਉੱਥੋਂ ਕੱਢ ਦਿੱਤਾ ਤਾਂ ਉਹ ਹੋਰ ਨੌਕਰੀ ਕਿਵੇਂ ਲੱਭੇਗਾ, ਕਿਉਂਕਿ ਅੱਜ-ਕੱਲ੍ਹ ਕਿਸੇ ਕੰਪਨੀ ਵਿੱਚ ਨੌਕਰੀ ਮਿਲਣੀ ਬਹੁਤ ਔਖੀ ਹੈ। ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਸੀ। ਮੈਂ ਉਸ ਨੂੰ ਬਹੁਤ ਸਮਝਾਇਆ ਅਤੇ ਦਿਲਾਸਾ ਦਿੱਤਾ, ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ, ਸਭ ਕੁਝ ਰੱਬ ਤੇ ਛੱਡ ਦਿਓ। ਪਰ ਉਹ ਮੈਨੂੰ ਦੱਸਦਾ ਕਿ ਮੈਨੂੰ ਬਹੁਤ ਮਿਹਨਤ ਤੋਂ ਬਾਅਦ ਨੌਕਰੀ ਮਿਲੀ ਹੈ। ਕਈ ਦਿਨ ਮੈਂ ਬੇਰੁਜ਼ਗਾਰਾਂ ਵਾਂਗ ਭਟਕਦਾ ਰਿਹਾ। ਮੈਂ ਬਹੁਤ ਮੁਸ਼ਕਲਾਂ ਝੱਲੀਆਂ। ਮੈਨੂੰ ਨਹੀਂ ਪਤਾ ਸੀ ਕਿ ਉਸ ਨੇ ਇਸ ਸਮੱਸਿਆ ਨੂੰ ਇੰਨਾ ਦਿਲ ਤੇ ਲਾ ਲਿਆ ਸੀ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੀ। ਫਿਰ ਇੱਕ ਦਿਨ ਕੰਪਨੀ ਤੋਂ ਬੁਰੀ ਖਬਰ ਆਈ, ਜਿਸ ਨੇ ਮੇਰੀ ਦੁਨੀਆ ਨੂੰ ਸਦਾ ਲਈ ਤਬਾਹ ਕਰ ਦਿੱਤਾ। ਪਤਾ ਲੱਗਿਆ ਕਿ ਦੀਪ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਦੀਪ ਦੇ ਸੱਜੇ ਪਾਸੇ ਅਚਾਨਕ ਤੇਜ਼ ਦਰਦ ਹੋਇਆ। ਉਹ ਦਰਦ ਨੂੰ ਨਜ਼ਰਅੰਦਾਜ਼ ਕਰਕੇ ਕੰਮ ਵਿੱਚ ਬਹੁਤ ਰੁੱਝਿਆ ਰਿਹਾ ਅਤੇ ਫਿਰ ਉਸ ਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ। ਕੁਰਸੀ ਤੇ ਬੈਠਿਆ ਹੀ ਉਹ ਬੇਹੋਸ਼ ਹੋ ਗਿਆ। ਫਿਰ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਦੀਪ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਉਸ ਲਈ ਘਾਤਕ ਸਾਬਤ ਹੋਇਆ। ਮੇਰੇ ਦੋਵੇਂ ਬੱਚੇ ਇੰਨੇ ਛੋਟੇ ਸਨ ਕਿ ਉਹ ਸਕੂਲ ਵੀ ਨਹੀਂ ਜਾਂਦੇ ਸਨ। ਛੋਟਾ ਬੇਟਾ 2.5 ਸਾਲ ਦਾ ਸੀ ਤੇ ਵੱਡਾ ਬੇਟਾ 5 ਸਾਲ ਦਾ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਉੱਤੇ ਮੁਸ਼ਕਲਾਂ ਦੇ ਪਹਾੜ ਡਿੱਗ ਪਏ ਹੋਣ। ਇੰਨੀ ਲੰਬੀ ਜ਼ਿੰਦਗੀ ਮੇਰੇ ਸਾਹਮਣੇ ਮੂੰਹ ਖੋਲ ਕੇ ਖੜੀ ਸੀ। ਮੇਰੇ ਭਰਾ ਦੀਆਂ ਗੱਲਾਂ ਤੋਂ ਸਾਫ਼ ਸੀ ਕਿ ਉਹ ਮੈਨੂੰ ਕਿਸੇ ਵੀ ਤਰ੍ਹਾਂ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ। ਮੇਰੇ ਸਹੁਰੇ ਨੇ ਉਹਨਾਂ ਨੂੰ ਕਿਹਾ ਕਿ ਦੀਪ ਦੀ ਮੌਤ ਤੋਂ ਬਾਅਦ ਇਸ ਘਰ ਤੇ ਕੋਮਲ ਦਾ ਪੂਰਾ ਹੱਕ ਹੈ, ਉਹ ਇੱਥੇ ਰਹਿ ਸਕਦੀ ਹੈ। ਇਹ ਸੁਣ ਕੇ ਮੇਰਾ ਭਰਾ ਤੇ ਭਾਬੀ ਬਹੁਤ ਖੁਸ਼ ਹੋਏ ਅਤੇ ਮੇਰੇ ਸਹੁਰੇ ਨੂੰ ਕਿਹਾ ਕਿ ਤੁਸੀਂ ਇੰਨੇ ਵੱਡੇ ਦਿਲ ਵਾਲੇ ਹੋ ਕੇ ਤੁਸੀਂ ਆਪਣੀ ਨੂੰਹ ਅਤੇ ਆਪਣੇ ਪੋਤੇ ਪੋਤੀਆਂ ਦਾ ਇੰਨਾ ਧਿਆਨ ਰੱਖਦੇ ਹੋ। ਮੇਰਾ ਸਹੁਰਾ ਪਹਿਲਾਂ ਫੌਜ ਵਿੱਚ ਕੰਮ ਕਰਦੇ ਸਨ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਆਜ਼ਾਦੀ ਦਾ ਜੀਵਨ ਬਤੀਤ ਕਰ ਰਹੇ ਸਨ। ਵੈਸੇ ਵੀ
ਉਹਨਾਂ ਦੀ ਪੈਨਸ਼ਨ ਤੋਂ ਮਿਲੀ ਰਕਮ ਇੰਨੀ ਸੀ ਕਿ ਉਹ ਆਪਣੇ ਨਾਲ 3 ਜਣਿਆਂ ਨੂੰ ਪਾਲ ਸਕਦੇ ਸਨ। ਪਰ ਉਹ ਬਹੁਤ ਕੰਜੂਸ ਸੀ ਤੇ ਉਸਨੇ ਆਪਣੇ ਸਾਰੀ ਪੈਨਸ਼ਨ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਅਤੇ ਸਾਨੂੰ 1 ਪੈਸਾ ਵੀ ਨਹੀਂ ਦਿੱਤਾ। ਹਾਲਾਂਕਿ ਦੀਪ ਕਈ ਵਾਰ ਆਪਣੀਆਂ ਬਿਮਾਰੀਆਂ ਕਾਰਨ ਪਰੇਸ਼ਾਨ ਰਹਿੰਦਾ ਸੀ, ਪਰ ਫਿਰ ਵੀ ਉਸਦੇ ਪਿਤਾ ਨੂੰ ਆਪਣੇ ਬੇਟੇ ਤੇ ਤਰਸ ਨਹੀਂ ਆਇਆ। ਸਗੋਂ ਉਸਨੂੰ ਸਿੱਧਾ ਕਿਹਾ ਕਿ ਤੇਰੀ ਪਤਨੀ ਅਤੇ ਬੱਚਿਆਂ ਦੇ ਖਰਚੇ ਪੂਰੇ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ, ਮੇਰੀ ਨਹੀਂ। ਇਸ ਲਈ ਆਪਣੇ ਖਰਚੇ ਆਪ ਹੀ ਦੇਖੋ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਉਹ ਸਾਡੇ ਨਾਲ ਰਹਿੰਦਾ ਸੀ ਅਤੇ ਉਸ ਦਾ ਸਾਰਾ ਕੰਮ ਵੀ ਅਸੀਂ ਹੀ ਕਰਦੇ ਸੀ। ਦੀਪ ਅਤੇ ਮੈਂ ਆਪਣੇ 2 ਬੱਚਿਆਂ ਨਾਲ ਉੱਪਰਲੀ ਮੰਜ਼ਲ ਤੇ ਰਹਿੰਦੇ ਸੀ। ਮੇਰਾ ਸਹੁਰਾ ਹੇਠਾਂ ਆਪਣੇ ਕਮਰੇ ਵਿੱਚ ਰਹਿੰਦਾ ਸੀ। ਮੈਂ ਤਿੰਨੋਂ ਟਾਈਮ ਖਾਣਾ ਉਸਦੇ ਕਮਰੇ ਵਿੱਚ ਪਹੁੰਚਾ ਦਿੰਦੀ ਅਤੇ ਚਾਹ ਆਦਿ ਤਿਆਰ ਕਰਕੇ ਉਸਦੇ ਕਮਰੇ ਵਿੱਚ ਦੇ ਆਉਂਦੀ। ਕਈ ਵਾਰ ਮੈਂ ਤੰਗ ਆ ਕੇ ਦੀਪ ਨੂੰ ਕਹਿ ਦਿੰਦੀ ਕਿ ਅਸੀਂ ਆਪਣੇ ਪਿਤਾ ਦੀ ਬਹੁਤ ਸੇਵਾ ਕਰਦੇ ਹਾਂ, ਪਰ ਉਹ ਆਪਣੀ ਕਮਾਈ ਵਿੱਚੋਂ ਸਾਡੇ ਉੱਤੇ 1 ਪੈਸਾ ਵੀ ਖਰਚਣ ਲਈ ਤਿਆਰ ਨਹੀਂ ਸੀ। ਇਸ ਲਈ ਦੀਪ ਨੇ ਮੈਨੂੰ ਸਮਝਾਇਆ ਕਿ ਉਸਨੇ ਆਪਣੀ ਦੌਲਤ ਦਾ ਕੀ ਕਰਨਾ ਹੈ, ਉਹ ਸਾਡੇ ਲਈ ਹੀ ਬਚਾ ਰਹੇ ਹਨ। ਇਹ ਗੱਲਾਂ ਸੁਣ ਕੇ ਮੈਂ ਚੁੱਪ ਹੋ ਜਾਂਦੀ ਸੀ ਅਤੇ ਸੋਚਦੀ ਸੀ ਕਿ ਦੀਪ ਸਹੀ ਹੈ ਅਤੇ ਮੈਂ ਉਸ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਈ ਸੀ। ਹੁਣ ਜਦੋਂ ਦੀਪ ਦੇ ਜਾਣ ਤੋਂ ਬਾਅਦ ਉਹ ਮੈਨੂੰ ਉੱਪਰਲੀ ਮੰਜ਼ਲ ਦੇਣ ਲਈ ਤਿਆਰ ਸੀ ਤਾਂ ਮੇਰੀ ਵਿਚਾਰੀ ਮਾਂ ਨੇ ਇਸ ਗੱਲ ਤੇ ਕੁਝ ਨਹੀਂ ਕਿਹਾ, ਪਰ ਮੇਰੇ ਭਰਾ ਤੇ ਭਾਬੀ ਨੂੰ ਬਹੁਤ ਆਰਾਮ ਮਿਲਿਆ। ਮੇਰੀ ਭਾਬੀ ਸ਼ਾਇਦ ਖੁਸ਼ ਸੀ ਕਿਉਂਕਿ ਹੁਣ ਉਸ ਦੀ ਵਿਧਵਾ ਨਨਾਣ ਉਸ ਦੇ ਘਰ ਨਹੀਂ ਜਾ ਰਹੀ ਸੀ, ਜਦੋਂ ਕਿ ਮੇਰੇ ਸਹੁਰੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੋਮਲ ਅਤੇ ਉਸਦੇ ਬੱਚੇ ਹਮੇਸ਼ਾ ਉੱਪਰਲੀ ਮੰਜ਼ਲ ਤੇ ਰਹਿਣਗੇ। ਇਹ ਸੁਣ ਕੇ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਗਈ। ਮੈਂ ਇਹ ਵੀ ਸੋਚ ਰਹੀ ਸੀ ਕਿ ਸਹੁਰੇ ਨਾਲ ਮੇਰਾ ਰਿਸ਼ਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਦੀਪ ਦੇ ਜਾਂਦੇ ਹੀ ਮੇਰੇ ਲਈ ਉਹ ਰਿਸ਼ਤਾ ਵੀ ਖਤਮ ਹੋ ਗਿਆ, ਪਰ ਹਾਂ, ਉਹ ਰਿਸ਼ਤੇਦਾਰੀ ਕਰਕੇ ਮੇਰੇ ਬੱਚਿਆਂ ਦਾ ਦਾਦਾ ਵੀ ਸੀ। ਮੈਂ ਆਪਣੀ ਮਾਂ ਦੀ ਬੇਵਸੀ ਨੂੰ ਸਮਝ ਸਕਦੀ ਸੀ ਅਤੇ ਉਸ ਦੇ ਕੁਝ ਨਾ ਬੋਲਣ ਦਾ ਕਾਰਨ ਵੀ ਸਮਝ ਗਈ। ਉਹ ਮੇਰੇ ਭਰਾ ਦੇ ਸਾਹਮਣੇ ਕੁਝ ਨਹੀਂ ਕਹਿ ਸਕਦੀ ਸੀ। ਮੇਰੇ ਪਤੀ ਦੀ ਮੌਤ ਨੂੰ ਕੁਝ ਦਿਨ ਹੀ ਹੋਏ ਸਨ, ਇਸ ਲਈ ਮੈਂ ਨਾ ਤਾਂ ਬਾਹਰ ਜਾ ਸਕਦੀ ਸੀ ਅਤੇ ਨਾ ਹੀ ਕਿਸੇ ਅਜਨਬੀ ਦੇ ਸਾਹਮਣੇ ਜਾ ਸਕਦੀ ਸੀ। ਇਸ ਲਈ ਮੈਂ ਚੁੱਪਚਾਪ ਆਪਣੀ ਜ਼ਿੰਦਗੀ ਦਾ ਫੈਸਲਾ ਹੁੰਦੇ ਦੇਖ ਰਹੀ ਸੀ। ਜਦੋਂ ਦੀਪ ਦੀ ਮੌਤ ਹੋ ਗਈ ਤਾਂ ਮੇਰੀ ਨਨਾਣ ਨਹੀਂ ਆ ਸਕੀ। ਉਹ ਬੱਚੇ ਨੂੰ ਜਨਮ ਦੇਣ ਵਾਲੇ ਸੀ ਅਤੇ ਡਿਲੀਵਰੀ ਲਈ ਸਿਰਫ 2 ਦਿਨ ਬਾਕੀ ਸੀ, ਪਰ ਉਹ ਵਿਚਾਰੀ ਇਸ ਸਦਮੇ ਕਾਰਨ ਬਹੁਤ ਬੁਰੀ ਹਾਲਤ ਵਿੱਚ ਸੀ। ਜਿਉਂ ਹੀ ਉਸ ਨੂੰ ਆਪਣੇ ਭਰਾ ਦੀ ਖਬਰ ਮਿਲੀ, ਉਹ ਬਹੁਤ ਬੇਚੈਨ ਹੋ ਗਈ ਅਤੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਵੀ ਆਖਰੀ ਵਾਰ ਉਸ ਨੂੰ ਮਿਲਣ ਨਹੀਂ ਆ ਸਕੀ। ਇਸ ਹਾਲਤ ਵਿੱਚ ਉਹ ਆਪਣਾ ਦੁੱਖ ਜ਼ਾਹਿਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੀ ਸੀ। ਫਿਰ ਮਾਂ ਤੇ ਭਰਾ ਮੇਰੇ ਸਿਰ ਤੇ ਹੱਥ ਰੱਖ ਕੇ ਚਲੇ ਗਏ। ਜਾਂਦੇ ਸਮੇਂ ਮਾਂ ਨੇ ਮੈਨੂੰ ਕਿਹਾ, ਪੁੱਤ, ਜੇ ਤੈਨੂੰ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਹੁਣੇ ਦੱਸ ਦੇ। ਮਾਂ ਦੀ ਗੱਲ ਸੁਣ ਕੇ ਮੈਂ ਸੋਚ ਰਹੀ ਸੀ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤੋਂ ਇਲਾਵਾ ਹੁਣ ਹੋਰ ਬਚਿਆ ਹੀ ਕੀ ਹੈ, ਪਰ ਉਸਦੇ ਹੌਸਲੇ ਭਰੇ ਬੋਲ ਮੇਰੇ ਦਿਲ ਨੂੰ ਸ਼ਾਂਤੀ ਦੇ ਰਹੇ ਸੀ। ਉਸਦੇ ਚਲੇ ਜਾਣ ਤੋਂ ਬਾਅਦ ਮੈਂ ਇਸ ਬਾਰੇ ਚਿੰਤਤ ਸੀ। ਇੰਨੇ ਵੱਡੇ ਘਰ ਵਿੱਚ ਮੈਂ ਇਕੱਲੀ ਕਿਵੇਂ ਰਹਾਂਗੀ। ਮੇਰਾ ਸਹੁਰਾ ਸਾਰੇ ਦਿਨ ਆਪਣੇ ਕਮਰੇ ਵਿੱਚ ਥੱਲੇ ਰਹਿੰਦਾ, ਉਹ ਕਦੇ ਵੀ ਉੱਪਰ ਨਹੀਂ ਆਉਂਦਾ ਸੀ। ਸਗੋਂ ਮੈਂ ਖਾਣਾ ਅਤੇ ਚਾਹ ਦੇਣ ਲਈ ਹੇਠਾਂ ਜਾਂਦੀ ਸੀ ਅਤੇ ਬੱਚੇ ਵੀ ਖੇਡਣ ਲਈ ਹੇਠਾਂ ਜਾਂਦੇ ਸਨ, ਪਰ ਮੇਰੇ ਸਹੁਰੇ ਨੂੰ ਬੱਚਿਆਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਇਸ ਲਈ ਕੁਝ ਸਮੇਂ ਬਾਅਦ ਉਹ ਬੱਚਿਆਂ ਨੂੰ ਆਪਣੀ ਮਾਂ ਕੋਲ ਜਾ ਕੇ ਉੱਪਰ ਖੇਡਣ ਲਈ ਕਹਿੰਦਾ। ਹੋਰਨਾਂ ਲੋਕਾਂ ਵਾਂਗ ਉਸ ਨੂੰ ਬੱਚਿਆਂ ਨਾਲ ਬਹੁਤਾ ਪਿਆਰ ਨਹੀਂ ਸੀ। ਦੀਪ ਮੈਨੂੰ ਦੱਸਦਾ ਸੀ ਕਿ ਸ਼ਾਇਦ ਉਸਨੇ ਆਪਣੀ ਜ਼ਿੰਦਗੀ ਫੌਜ ਵਿੱਚ ਬਿਤਾਈ ਹੈ, ਇਸੇ ਲਈ ਉਹ ਬੱਚਿਆਂ ਨਾਲ ਅਜਿਹਾ ਵਰਤਾਵ ਕਰਦਾ ਹੈ। ਕੋਈ ਗੱਲ ਨਹੀਂ, ਉਹ ਆਪਣੀ ਜ਼ਿੰਦਗੀ ਦੇ ਮਾਲਕ ਹਨ, ਉਹ ਜਿਵੇਂ ਚਾਹਣ ਉਵੇਂ ਰਹਿਣ। ਹੁਣ ਮੈਂ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਸਹੁਰੇ ਤੇ ਨਿਰਭਰ ਸੀ। ਜੇ ਮੇਰੇ ਕੋਲ ਸਬਜ਼ੀ, ਦੁੱਧ ਜਾਂ ਖਾਣਾ ਪਕਾਉਣ ਲਈ ਕੁਝ ਮੰਗਵਾਉਣ ਵਗੈਰਾ ਕੋਈ ਕੰਮ ਹੁੰਦਾ ਤਾਂ ਮੈਨੂੰ ਉਸ ਨੂੰ ਹੀ ਪੁੱਛਣਾ ਪੈਣਾ ਸੀ। ਮੈਂ ਸੋਚਣ ਲੱਗੀ ਕਿ ਹੁਣ ਮੈਨੂੰ ਸਹੁਰੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਦੀਪ ਦੀ ਮੌਤ ਤੋਂ ਬਾਅਦ ਹੁਣ ਇਹ ਸਾਰੀ ਜ਼ਿੰਮੇਵਾਰੀ ਮੈਨੂੰ ਇਕੱਲੇ ਹੀ ਚੁੱਕਣੀ ਪਵੇਗੀ। ਫਿਰ ਮੈਂ ਉੱਠ ਕੇ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ। ਮੈਂ ਸੋਚਣ ਲੱਗੀ ਕਿ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਹੀ ਖਾਣਾ ਬਣਾ ਕੇ ਤਿਆਰ ਕਰ ਲਵਾਂਗੀ। ਮੈਂ ਝੱਟ ਸਾਰਾ ਖਾਣਾ ਤਿਆਰ ਕਰਕੇ ਇੱਕ ਪਾਸੇ ਰੱਖ ਲਿਆ। ਜਿਵੇਂ ਹੀ ਮੈਂ ਖਾਣਾ ਤਿਆਰ ਕੀਤਾ, ਮੈਂ ਉਸ ਨੂੰ ਆਪਣੇ ਸਹੁਰੇ ਕੋਲ ਲੈ ਜਾਣਾ ਸੀ। ਪਹਿਲਾਂ ਗੱਲ ਵੱਖਰੀ ਸੀ, ਹੁਣ ਮੈਨੂੰ ਹੇਠਾਂ ਜਾਣਾ ਅਜੀਬ ਜਿਹਾ ਲੱਗ ਰਿਹਾ ਸੀ, ਪਰ ਫਿਰ ਦਿਲ ਵਿੱਚ ਖਿਆਲ ਆਇਆ ਕਿ ਪੈਸੇ ਲਈ ਵੀ ਸਹੁਰੇ ਅੱਗੇ ਜਾਣਾ ਪਵੇਗਾ। ਜੇਕਰ ਹੱਥ ਫੈਲਾਉਣੇ ਹਨ ਤਾਂ ਇਹਨਾਂ ਨੂੰ ਖਾਣਾ ਦੇਣ
ਜਾਂ ਉਹਨਾਂ ਦਾ ਕੋਈ ਕੰਮ ਕਰਨ ਤੋਂ ਕਿਉਂ ਝਿਜਕਣਾ। ਇਹ ਸੋਚ ਕੇ ਮੈਂ ਸਾਰਾ ਖਾਣਾ ਟਰੇ ਵਿੱਚ ਰੱਖ ਲਿਆ ਅਤੇ ਸਹੁਰੇ ਨੂੰ ਦੇਣ ਲਈ ਹੇਠਾਂ ਆ ਗਈ। ਮੈਂ ਉਸਦੇ ਕਮਰੇ ਵਿੱਚ ਉਸਦੇ ਮੇਜ਼ ਤੇ ਖਾਣਾ ਰੱਖਿਆ। ਕਮਰੇ ਦੇ ਬਾਥਰੂਮ ਵਿੱਚੋਂ ਪਾਣੀ ਡਿੱਗਣ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਿਆ ਸ਼ਾਇਦ ਉਹ ਨਹਾ ਰਹੇ ਸੀ। ਮੈਂ ਸੋਚਿਆ ਕਿ ਜਦੋਂ ਤੱਕ ਉਹ ਨਹਾ ਕੇ ਵਾਪਸ ਆਉਣਗੇ ਤਾਂ ਖਾਣਾ ਠੰਡਾ ਹੋ ਜਾਵੇਗਾ। ਇਹ ਸੋਚ ਕੇ ਮੈਂ ਖਾਣਾ ਚੁੱਕਿਆ ਅਤੇ ਪਿੱਛੇ ਮੁੜਨ ਲੱਗੀ। ਉਦੋਂ ਹੀ ਅਚਾਨਕ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ। ਸ਼ਾਇਦ ਮੇਰਾ ਸਹੁਰਾ ਨਹਾ ਕੇ ਬਾਹਰ ਆ ਗਿਆ ਸੀ। ਮੇਰੇ ਹੱਥਾਂ ਵਿੱਚ ਖਾਣੇ ਦੀ ਟਰੇ ਸੀ। ਉਸਨੇ ਸਿਰਫ ਪਜਾਮਾ ਪਾਇਆ ਹੋਇਆ ਸੀ ਤੇ ਉਸਦੇ ਸਰੀਰ ਤੇ ਹੋਰ ਕੋਈ ਕੱਪੜਾ ਨਹੀਂ ਸੀ। ਮੈਂ ਅੱਖਾਂ ਨੀਵੀਆਂ ਕੀਤੀਆਂ, ਫਿਰ ਉਸਨੂੰ ਦੱਸਿਆ ਕਿ ਮੈਂ ਉਸ ਲਈ ਖਾਣਾ ਲਿਆਈ ਸੀ। ਉਸਨੇ ਮੈਨੂੰ ਖਾਣਾ ਰੱਖਣ ਲਈ ਕਿਹਾ। ਮੈਂ ਖਾਣਾ ਉਸਦੇ ਮੇਜ਼ ਤੇ ਰੱਖ ਦਿੱਤਾ। ਮੈਂ ਪਿੱਛੇ ਮੁੜਨ ਹੀ ਲੱਗੀ ਸੀ ਕਿ ਅਚਾਨਕ ਮੇਰੇ ਪਿੱਛੇ ਖੜੇ ਮੇਰੇ ਸਹੁਰੇ ਨਾਲ ਮੈਂ ਟਕਰਾ ਗਈ। ਮੈਂ ਉਸਨੂੰ ਕਿਹਾ ਕਿ ਮੈਨੂੰ ਮਾਫ਼ ਕਰਨਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਪਿੱਛੇ ਖੜੇ ਹੋ। ਉਹ ਵੀ ਮੇਰੇ ਕੋਲੋਂ ਮਾਫ਼ੀ ਮੰਗਣ ਲੱਗ ਪਿਆ ਤੇ ਕਹਿਣ ਲੱਗਾ, ਨਹੀਂ, ਮੈਂ ਆਪਣੀ ਐਨਕ ਚੁੱਕ ਰਿਹਾ ਸੀ। ਮੈਂ ਝੱਟ ਡਰ ਕੇ ਕਮਰੇ ਤੋਂ ਬਾਹਰ ਆ ਗਈ। ਮੈਂ ਬਹੁਤ ਅਜੀਬ ਮਹਿਸੂਸ ਕਰ ਰਹੀ ਸੀ। ਮੈਂ ਆਪਣੇ ਕਮਰੇ ਵੱਲ ਭੱਜੀ। ਰਸੋਈ ਵਿੱਚ ਸਾਰਾ ਸਮਾਨ ਖਤਮ ਹੋ ਗਿਆ ਸੀ। ਮੈਂ ਆਪਣੇ ਸਹੁਰੇ ਨੂੰ ਰਸੋਈ ਦਾ ਰਾਸ਼ਨ ਲਿਆਉਣ ਬਾਰੇ ਵੀ ਕਹਿਣਾ ਸੀ। ਮੈਂ ਉਸ ਨਾਲ ਗੱਲ ਕਰਨ ਦਾ ਮੌਕਾ ਲੱਭ ਰਹੀ ਸੀ। ਦੋਵੇਂ ਬੱਚੇ ਜਾਗ ਰਹੇ ਸੀ, ਇਸ ਲਈ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਖਿਡੌਣੇ ਰੱਖ ਕੇ ਉਹਨਾਂ ਨੂੰ ਖੇਡਣ ਲਈ ਕਿਹਾ ਅਤੇ ਖੁਦ ਰਾਸ਼ਨ ਦੀ ਗੱਲ ਕਰਨ ਲਈ ਮੈਂ ਹੇਠਾਂ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਉਹ ਮੰਜੇ ਤੇ ਪਏ ਸੀ ਪਰ ਜਾਗ ਰਹੇ ਸੀ। ਕਮਰੇ ਵਿੱਚ ਹਨੇਰਾ ਸੀ ਅਤੇ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਲਈ ਮੈਂ ਉਸ ਨੂੰ ਹੌਲੀ-ਹੌਲੀ ਬੁਲਾਇਆ, ਸਹੁਰਾ ਜੀ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੇਰੀ ਆਵਾਜ਼ ਸੁਣ ਕੇ ਉਹ ਝੱਟ ਉੱਠ ਕੇ ਬੈਠ ਗਿਆ। ਫਿਰ ਉਸਨੇ ਇਸ਼ਾਰੇ ਨਾਲ ਮੈਨੂੰ ਆਪਣੇ ਨੇੜੇ ਬੁਲਾਇਆ। ਇੱਥੇ ਮੇਰੇ ਕੋਲ ਆ ਕੇ ਆਰਾਮ ਨਾਲ ਬੈਠ ਕੇ ਗੱਲ ਕਰੋ, ਜੋ ਵੀ ਗੱਲ ਕਰਨੀ ਹੈ। ਮੈਨੂੰ ਉਸਦਾ ਇਹ ਕਹਿਣਾ ਥੋੜਾ ਅਜੀਬ ਲੱਗਿਆ, ਪਰ ਰਾਸ਼ਨ ਦੀ ਗੱਲ ਕਰਨੀ ਵੀ ਜ਼ਰੂਰੀ ਸੀ। ਇਸ ਲਈ ਮੈਂ ਚੁੱਪਚਾਪ ਉਸਦੇ ਸਾਹਮਣੇ ਦੂਜੇ ਪਾਸੇ ਜਾ ਕੇ ਬੈਠ ਗਈ। ਕਮਰੇ ਦਾ ਮਾਹੌਲ ਅਜੀਬ ਤੇ ਡਰਾਉਣਾ ਹੁੰਦਾ ਜਾ ਰਿਹਾ ਸੀ ਕਿਉਂਕਿ ਅਸੀਂ ਦੋਵੇਂ ਕਮਰੇ ਵਿੱਚ ਇਕੱਲੇ ਸੀ। ਮੈਨੂੰ ਡਰ ਲੱਗ ਰਿਹਾ ਸੀ। ਫਿਰ ਮੈਂ ਝੱਟ ਉਸ ਨੂੰ ਕਿਹਾ ਕਿ ਸਹੁਰਾ ਜੀ, ਰਸੋਈ ਦਾ ਰਾਸ਼ਨ ਖਤਮ ਹੋ ਗਿਆ ਹੈ। ਤੁਹਾਡੀ ਮਿਹਰਬਾਨੀ ਹੋਵੇਗੀ ਜੇ ਰਸੋਈ ਦਾ ਰਾਸ਼ਨ ਲਿਆ ਦਿੰਦੇ ਤਾਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ, ਕਿਉਂ ਨਹੀਂ, ਮੈਂ ਤੇਰੀ ਜ਼ਿੰਮੇਵਾਰੀ ਚੁੱਕੀ ਹੈ। ਹੁਣ ਜੇ ਤੈਨੂੰ ਕਿਸੇ ਵੀ ਚੀਜ਼ ਨਾਲ ਕੋਈ ਸਮੱਸਿਆ ਹੈ ਤਾਂ ਤੂੰ ਬਿਨਾਂ ਕਿਸੇ ਝਿਜਕ ਦੇ ਮੈਨੂੰ ਦੱਸ ਸਕਦੀ ਹੈ। ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸਨ। ਮੈਂ ਅੱਖਾਂ ਨੀਵੀਆਂ ਕਰਕੇ ਬੈਠੀ ਸੀ। ਫਿਰ ਉਹ ਮੈਨੂੰ ਕਹਿਣ ਲੱਗਾ, ਕੋਮਲ, ਤੈਨੂੰ ਆਪਣੇ ਪਤੀ ਦੀ ਯਾਦ ਆ ਰਹੀ ਹੈ। ਉਸ ਦੀਆਂ ਗੱਲਾਂ ਮੈਨੂੰ ਥੋੜੀਆਂ ਅਜੀਬ ਜਿਹੀਆਂ ਲੱਗ ਰਹੀਆਂ ਸਨ। ਇਸ ਲਈ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਉਸ ਨੂੰ ਕਿਹਾ ਕਿ ਮੈਨੂੰ ਹਰ ਵੇਲੇ ਆਪਣੇ ਦੀਪ ਦੀ ਯਾਦ ਆਉਂਦੀ ਹੈ। ਉਸਦੇ ਜਾਣ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਖਤਮ ਹੋ ਗਿਆ ਹੋਵੇ। ਮੈਂ ਉਹਨਾਂ ਨੂੰ ਦੁਖੀ ਹੋ ਕੇ ਅਤੇ ਥੋੜੇ ਸ਼ਬਦਾਂ ਵਿੱਚ ਦੱਸ ਰਹੀ ਸੀ। ਫਿਰ ਉਹ ਮੈਨੂੰ ਦੱਸਣ ਲੱਗਾ ਕਿ ਮੈਨੂੰ ਵੀ ਹਰ ਵੇਲੇ ਆਪਣੀ ਪਤਨੀ ਦੀ ਘਾਟ ਮਹਿਸੂਸ ਹੁੰਦੀ ਹੈ। ਉਸ ਦੀ ਮੌਤ ਨੂੰ ਕਿੰਨੇ ਸਾਲ ਬੀਤ ਗਏ ਹਨ, ਪਰ ਦੂਜੇ ਵਿਆਹ ਦਾ ਖਿਆਲ ਮੇਰੇ ਮਨ ਵਿੱਚ ਕਦੇ ਨਹੀਂ ਆਇਆ, ਭਾਵੇਂ ਮੈਨੂੰ ਪਤਨੀ ਦੀ ਬਹੁਤ ਲੋੜ ਸੀ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਂ ਕਿੰਨਾ ਸਿਹਤਮੰਦ ਤੇ ਫਿੱਟ ਹਾਂ। ਮੈਂ ਕਦੇ ਕਿਸੇ ਔਰਤ ਨੂੰ ਮੇਰੀ ਜ਼ਿੰਦਗੀ ਵਿੱਚ ਲਿਆਉਣ ਬਾਰੇ ਨਹੀਂ ਸੋਚਿਆ। ਉਹ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਮੈਂ ਸੋਚਣ ਲੱਗੀ ਕਿ ਉਹ ਵੱਡੀ ਉਮਰ ਦੇ ਸੀ, ਪਰ ਉਹ ਲੱਗਦੇ ਨਹੀਂ ਸਨ। ਮੈਂ ਜਲਦੀ ਤੋਂ ਜਲਦੀ ਉੱਥੋਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਅਚਾਨਕ ਉਸਨੇ ਮੇਰੇ ਹੱਥ ਤੇ ਹੱਥ ਰੱਖ ਕੇ ਮੈਨੂੰ ਕਿਹਾ ਕਿ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਜੋ ਵੀ ਤੇਰੀ ਇੱਛਾ ਜਾਂ ਜ਼ਰੂਰਤ ਹੈ ਤੂੰ ਆ ਕੇ ਮੈਨੂੰ ਦੱਸ ਸਕਦੀ ਹੈ ਅਤੇ ਬਿਲਕੁਲ ਵੀ ਚਿੰਤਾ ਨਾ ਕਰਨਾ। ਮੈਂ ਹਰ ਤਰ੍ਹਾਂ ਨਾਲ ਤੇਰੀ ਮਦਦ ਕਰਾਂਗਾ। ਉਸ ਦਾ ਹੱਥ ਮੇਰੇ ਹੱਥ ਤੇ ਸੀ ਅਤੇ ਮੈਂ ਬਹੁਤ ਅਜੀਬ ਮਹਿਸੂਸ ਕਰ ਰਹੀ ਸੀ। ਮੈਂ ਹੌਲੀ-ਹੌਲੀ ਆਪਣਾ ਹੱਥ ਪਿੱਛੇ ਖਿੱਚ ਲਿਆ ਅਤੇ ਜਲਦੀ ਨਾਲ ਆਪਣੀ ਥਾਂ ਤੋਂ ਖੜੀ ਹੋ ਗਈ ਤੇ ਕਿਹਾ, ਸਹੁਰਾ ਜੀ, ਰਾਸ਼ਨ ਜ਼ਰੂਰ ਲਿਆ ਦੇਣਾ। ਇਹ ਕਹਿ ਕੇ ਮੈਂ ਝੱਟ ਪੌੜੀਆਂ ਚੜ੍ਹ ਕੇ ਉੱਪਰ ਆ ਗਈ। ਮੈਂ ਅਜੇ ਵੀ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਉੱਤੇ ਮਹਿਸੂਸ ਕਰ ਰਹੀ ਸੀ ਅਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਫਿਰ ਪਤਾ ਨਹੀਂ ਕਿਉਂ ਮੈਂ ਵਾਸ਼ ਬੇਸਨ ਵਿੱਚ ਸਾਬਣ ਨਾਲ ਹੱਥ ਧੋਣ ਲੱਗੀ। ਦੀਪ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਇੱਛਾ ਨਹੀਂ ਬਚੀ ਸੀ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਦੇ ਨਾਂ 'ਤੇ ਬਿਤਾਉਣਾ ਚਾਹੁੰਦੀ ਸੀ। ਅਗਲੇ ਦਿਨ ਮੇਰੇ ਸਹੁਰੇ ਨੇ ਬਹੁਤ ਸਾਰਾ ਰਾਸ਼ਨ ਲਿਆ ਕੇ ਰਸੋਈ ਵਿੱਚ ਭਰ ਦਿੱਤਾ। ਬੇਸ਼ੱਕ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇੰਨੇ ਸਾਲਾਂ ਤੋਂ ਪੈਨਸ਼ਨ ਦੇ ਨਾਂ 'ਤੇ ਜੋ ਰਕਮ ਆ ਰਹੀ ਸੀ ਉਹ ਉਸ ਦੇ ਖਾਤੇ ਵਿੱਚ ਸੀ। ਉਹ ਬੱਚਿਆਂ ਲਈ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਖਿਡੌਣੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਲੈ ਕੇ ਆਇਆ।
ਜਿਸ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋਏ। ਮੈਂ ਸੋਚਣ ਲੱਗੀ ਕਿ ਦੀਪ ਦੇ ਜਿਉਂਦੇ ਜੀ ਉਸਨੇ ਮੇਰੇ ਬੱਚਿਆਂ ਤੇ ਕਦੇ ਵੀ ਅਜਿਹਾ ਉਪਕਾਰ ਨਹੀਂ ਕੀਤਾ ਸੀ। ਸ਼ਾਇਦ ਉਹ ਇਹ ਸੋਚ ਕੇ ਕਰ ਰਹੇ ਹਨ ਕਿ ਹੁਣ ਇਹ ਬੱਚੇ ਯਤੀਮ ਹੋ ਗਏ ਹਨ। ਤਾਂ ਮੈਂ ਰਸੋਈ ਵਿੱਚ ਸਾਰਾ ਸਮਾਨ ਰੱਖ ਦਿੱਤਾ। ਇੱਕ ਦਿਨ ਦੁਪਹਿਰ ਦਾ ਖਾਣਾ ਖਾ ਕੇ ਤੇ ਦੋਵੇਂ ਬੱਚੇ ਸੌਣ ਤੋਂ ਬਾਅਦ ਮੈਂ ਨਹਾਉਣ ਬਾਰੇ ਸੋਚ ਕੇ ਮੈਂ ਬਾਥਰੂਮ ਵਿੱਚ ਚਲੀ ਗਈ। ਜਿਵੇਂ ਹੀ ਮੈਂ ਨਹਾ ਕੇ ਬਾਹਰ ਆਈ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਖੜਾ ਸੀ। ਮੈਂ ਉਸ ਨੂੰ ਦੇਖ ਕੇ ਦੰਗ ਰਹਿ ਗਈ। ਮੇਰੇ ਕੋਲ ਦੁਪੱਟਾ ਵੀ ਨਹੀਂ ਸੀ। ਮੇਰੇ ਗਿੱਲੇ ਵਾਲ ਵੀ ਖੁੱਲੇ ਹੋਏ ਸਨ। ਉਹਨਾਂ ਵਿੱਚੋਂ ਨਿਕਲਦੇ ਪਾਣੀ ਨੇ ਮੇਰੇ ਸਾਰੇ ਕੱਪੜੇ ਗਿੱਲੇ ਕਰ ਦਿੱਤੇ ਸਨ। ਉਸ ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਦੇਖ ਕੇ ਮੈਨੂੰ ਸ਼ਰਮ ਆਉਣ ਲੱਗੀ ਸੀ। ਫਿਰ ਮੈਂ ਉਸ ਨੂੰ ਪੁੱਛਣ ਲੱਗੀ ਕਿ ਸਹੁਰਾ ਜੀ, ਤੁਹਾਨੂੰ ਕੋਈ ਕੰਮ ਹੈ? ਉਸ ਦੀਆਂ ਨਜ਼ਰਾਂ ਮੇਰੇ ਸਰੀਰ ਤੋਂ ਹਟ ਨਹੀਂ ਰਹੀਆਂ ਸਨ। ਇੱਕ ਅਜੀਬ ਜਿਹੀ ਪਿਆਸ ਉਸ ਦੀਆਂ ਅੱਖਾਂ ਵਿੱਚੋਂ ਦਿਖਾਈ ਦੇ ਰਹੀ ਸੀ। ਉਹ ਮੈਨੂੰ ਪੂਰੀ ਤਰ੍ਹਾਂ ਅਜੀਬ ਮਹਿਸੂਸ ਕਰਾ ਰਿਹਾ ਸੀ। ਫਿਰ ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਅੱਜ ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਸੀ, ਇਸ ਲਈ ਮੈਂ ਤੇਰੇ ਕੋਲ ਆ ਕੇ ਬੈਠਣ ਬਾਰੇ ਸੋਚਿਆ। ਮੈਂ ਵੀ ਅੱਖਾਂ ਨੀਵੀਆਂ ਕਰਕੇ ਕਿਹਾ ਕਿ ਕਿਉਂ ਨਹੀਂ, ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਕਰ ਸਕਦੇ ਹੋ। ਫਿਰ ਮੈਂ ਕਹਿਣ ਲੱਗੀ ਕਿ ਅਸੀਂ ਇੱਥੇ ਬੈਠ ਕੇ ਗੱਲਾਂ ਕਰ ਸਕਦੇ ਹਾਂ। ਉਸਨੇ ਕਿਹਾ ਕਿ ਨਹੀਂ, ਇੱਥੇ ਬੈਠ ਕੇ ਗੱਲ ਕਰਨਾ ਠੀਕ ਨਹੀਂ ਹੋਵੇਗਾ। ਜੇਕਰ ਇੱਥੇ ਬੈਠ ਕੇ ਗੱਲਾਂ ਕਰਾਂਗੇ ਤਾਂ ਬੱਚੇ ਨੀਂਦ ਤੋਂ ਜਾਗ ਜਾਣਗੇ। ਚਲੋ ਦੂਜੇ ਕਮਰੇ ਵਿੱਚ ਚੱਲੀਏ। ਮੈਂ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਸੀ, ਕਿਉਂਕਿ ਉਸਨੇ ਮੇਰਾ ਅਤੇ ਮੇਰੇ ਬੱਚਿਆਂ ਦਾ ਸਾਰਾ ਖਰਚਾ ਚੁੱਕਣਾ ਸੀ। ਇਸ ਲਈ ਮੈਂ ਦੁਪੱਟੇ ਨੂੰ ਠੀਕ ਤਰ੍ਹਾਂ ਲੈ ਕੇ ਉਸ ਦੀ ਗੱਲ ਮੰਨ ਕੇ ਦੂਜੇ ਕਮਰੇ ਵਿੱਚ ਚਲੀ ਗਈ। ਦੂਜੇ ਕਮਰੇ ਵਿੱਚ ਸਿਰਫ ਇੱਕ ਹੀ ਬੈੱਡ ਲੱਗਿਆ ਹੋਇਆ ਸੀ। ਜਿਵੇਂ ਹੀ ਮੈਂ ਮੰਜੇ ਤੇ ਬੈਠੀ, ਉਹ ਵੀ ਮੇਰੇ ਕੋਲ ਆ ਕੇ ਬੈਠ ਗਿਆ। ਫਿਰ ਉਸਨੇ ਮੈਨੂੰ ਦੱਸਿਆ ਕਿ ਅੱਜ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆ ਰਹੀ ਹੈ। ਜਦੋਂ ਉਹ ਜਿਉਂਦੀ ਸੀ ਤਾਂ ਉਸਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੈਂ ਚਾਹੁੰਦਾ ਹਾਂ ਕਿ ਤੂੰ ਉਸ ਦੀ ਕਮੀ ਨੂੰ ਪੂਰਾ ਕਰੇ। ਫਿਰ ਉਸਨੇ ਮੇਰਾ ਹੱਥ ਫੜ ਲਿਆ ਅਤੇ ਉਸਨੇ ਮੈਨੂੰ ਕਿਹਾ, ਵੇਖੋ, ਇਸ ਸ਼ਹਿਰ ਵਿੱਚ ਮੇਰਾ ਬਹੁਤ ਆਦਰ ਤੇ ਸਥਾਨ ਹੈ। ਹਰ ਕੋਈ ਮੈਨੂੰ ਇੱਜ਼ਤ ਨਾਲ ਦੇਖਦਾ ਹੈ। ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੋਈ ਮੇਰੇ ਬਾਰੇ ਕਹੇ ਕਿ ਮੈਂ ਆਪਣੀ ਨੂੰਹ ਨੂੰ ਆਪਣੇ ਕੋਲ ਰੱਖਿਆ ਹੈ। ਇਸ ਲਈ ਤੂੰ ਕਿਸੇ ਦੇ ਸਾਹਮਣੇ ਘਰ ਦੀ ਗੱਲ ਨਹੀਂ ਕਰੇਗੀ ਅਤੇ ਨਾ ਹੀ ਇੱਥੇ ਕਿਸੇ ਔਰਤ ਨੂੰ ਘਰ ਬੁਲਾਏਗੀ। ਮੈਨੂੰ ਆਪਣੇ ਘਰ ਔਰਤਾਂ ਦਾ ਆਉਣਾ ਜਾਣਾ ਪਸੰਦ ਨਹੀਂ। ਮੈਂ ਹੈਰਾਨੀ ਨਾਲ ਉਸ ਦੀ ਗੱਲ ਸੁਣ ਰਹੀ ਸੀ ਤੇ ਹੈਰਾਨ ਰਹਿ ਗਈ ਜਦੋਂ ਉਸਨੇ ਅਚਾਨਕ ਮੇਰਾ ਹੱਥ ਫੜ ਲਿਆ। ਮੈਂ ਹੌਲੀ ਹੌਲੀ ਆਪਣਾ ਹੱਥ ਉਸ ਦੇ ਹੱਥ ਤੋਂ ਛੁਡਾ ਲਿਆ। ਫਿਰ ਮੈਂ ਸਿਰ ਝੁਕਾ ਕੇ ਕਿਹਾ, ਸਹੁਰਾ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਉਹੀ ਕਰਾਂਗੀ ਜੋ ਤੁਸੀਂ ਕਹੋਗੇ। ਇੱਥੇ ਕੋਈ ਵੀ ਔਰਤ ਨਹੀਂ ਆਵੇਗੀ ਅਤੇ ਨਾ ਹੀ ਮੈਂ ਕਿਸੇ ਨੂੰ ਆਪਣੇ ਘਰ ਬਾਰੇ ਦੱਸਾਂਗੀ। ਤੁਸੀਂ ਮੇਰੀ ਅਤੇ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ, ਇਸ ਲਈ ਮੈਂ ਤੁਹਾਡੀ ਬਹੁਤ ਰਿਣੀ ਹਾਂ। ਉਹ ਪਿਆਸੀਆਂ ਅੱਖਾਂ ਨਾਲ ਮੇਰੇ ਸਰੀਰ ਵੱਲ ਦੇਖਣ ਲੱਗਾ। ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਨਾਲ ਧੜਕਣ ਲੱਗਾ, ਕਿਉਂਕਿ ਮੈਂ ਉਸ ਦੀ ਨਿਗਾਹ ਪੂਰੀ ਤਰ੍ਹਾਂ ਬਦਲਦੀ ਮਹਿਸੂਸ ਕਰ ਸਕਦੀ ਸੀ। ਫਿਰ ਉਹ ਹੌਲੀ ਹੌਲੀ ਮੇਰੇ ਨੇੜੇ ਆਉਣ ਲੱਗਾ ਅਤੇ ਮੇਰੀ ਪਿੱਠ ਨੂੰ ਹੱਥ ਲਗਾਉਣ ਲੱਗਾ। ਮੈਂ ਝਟ ਉੱਠ ਕੇ ਉਸ ਨੂੰ ਸਖਤ ਲਫ਼ਜ਼ਾਂ ਵਿੱਚ ਕਿਹਾ, ਸਹੁਰਾ ਜੀ, ਇਹ ਕੀ ਕਰ ਰਹੇ ਹੋ? ਮੇਰੇ ਮੂੰਹੋਂ ਦੱਬੀ ਹੋਈ ਆਵਾਜ਼ ਨਿਕਲੀ, ਕਿਉਂਕਿ ਮੈਨੂੰ ਲੱਗਾ ਜਿਵੇਂ ਉਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦਾ ਹੋਵੇ। ਫਿਰ ਵੀ ਉਹ ਉੱਠ ਕੇ ਮੇਰੇ ਸਾਹਮਣੇ ਆਇਆ ਅਤੇ ਮੈਨੂੰ ਕਿਹਾ ਕਿ ਦੇਖ, ਸ਼ੁਰੂ ਵਿੱਚ ਤਾਂ ਤੈਨੂੰ ਅਜੀਬ ਲੱਗੇਗਾ, ਪਰ ਹੌਲੀ ਹੌਲੀ ਤੈਨੂੰ ਇਸ ਗੱਲ ਦੀ ਆਦਤ ਪੈ ਜਾਵੇਗੀ। ਉਹ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਸਮਝਾਉਣ ਲੱਗੇ ਸੀ ਉਹ ਕੀ ਕਹਿ ਰਿਹਾ ਸੀ, ਫਿਰ ਵੀ ਮੈਂ ਸਮਝਣਾ ਨਹੀਂ ਚਾਹੁੰਦੀ ਸੀ। ਫਿਰ ਉਸਨੇ ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ਤੇ ਰੱਖੇ। ਉਹ ਮੈਨੂੰ ਕਹਿਣ ਲੱਗਾ, ਦੇਖ, ਮੈਂ ਤੇਰੇ ਲਈ ਇੰਨੀ ਵੱਡੀ ਜ਼ਿੰਮੇਵਾਰੀ ਲਈ ਹੈ, ਬਦਲੇ ਵਿੱਚ ਤੇਰੇ ਕੋਲੋਂ ਮੈਨੂੰ ਵੀ ਕੁਝ ਚਾਹੀਦਾ ਹੈ। ਤੇਰਾ ਕੰਮ ਮੈਨੂੰ ਖੁਸ਼ ਕਰਨਾ ਹੈ। ਅੱਜ ਤਾਂ ਮੈਂ ਜਾ ਰਿਹਾ ਹਾਂ, ਪਰ ਧਿਆਨ ਨਾਲ ਸੁਣੋ ਤੇ ਸਮਝ ਲਓ ਕਿ ਤੈਨੂੰ ਮੈਨੂੰ ਹਰ ਕੀਮਤ ਤੇ ਖੁਸ਼ ਕਰਨਾ ਪਏਗਾ। ਉਸਨੇ ਆਪਣੀਆਂ ਮੇਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਅਤੇ ਕਹਿ ਕੇ ਹੇਠਾਂ ਚਲਾ ਗਿਆ। ਮੈਂ ਆਪਣੇ ਮਨ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਸੀ ਅਤੇ ਮੇਰਾ ਸਰੀਰ ਕੰਬ ਰਿਹਾ ਸੀ। ਮੇਰੇ ਪ੍ਰਤੀ ਉਸਦੇ ਇਰਾਦੇ ਬਹੁਤ ਗਲਤ ਹਨ। ਇਹ ਕਿਵੇਂ ਹੋ ਸਕਦਾ ਹੈ? ਆਖਰ ਉਹ ਕਿਸ ਤਰੀਕੇ ਨਾਲ ਖੁਸ਼ ਕਰਨ ਲਈ ਕਹਿ ਰਿਹਾ ਸੀ? ਉਸਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਉਸਦੇ ਪੁੱਤਰ ਦੀ ਵਿਧਵਾ ਅਤੇ ਉਸਦੇ ਪੋਤੇ ਪੋਤਿਆਂ ਦੀ ਮਾਂ ਹਾਂ। ਨੂੰਹ ਵੀ ਧੀ ਵਰਗੀ ਹੁੰਦੀ ਹੈ। 2 ਦਿਨ ਇਸੇ ਤਰ੍ਹਾਂ ਲੰਘ ਗਏ। ਮੈਂ ਉਸਦੇ ਸਾਹਮਣੇ ਜਾਣ ਤੋਂ ਡਰਦੀ ਸੀ। ਮੈਂ ਫਟਾਫਟ ਖਾਣਾ ਹੇਠਾਂ ਰੱਖ ਦਿੰਦੀ ਅਤੇ ਉੱਪਰ ਆ ਜਾਂਦੀ ਅਤੇ 1 ਮਿੰਟ ਲਈ ਵੀ ਉਸਦੇ ਕਮਰੇ ਵਿੱਚ ਨਾ ਰਹਿਣ ਦੀ ਕੋਸ਼ਿਸ਼ ਕਰਦੀ। ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਮੈਂ ਆਪਣੇ ਕਮਰੇ ਵਿੱਚ ਆਪਣੇ ਬੱਚਿਆਂ ਨਾਲ ਸੋ ਰਹੀ ਸੀ, ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਸੀ, ਜਿਸ ਕਾਰਨ ਮੈਂ ਕਮਰੇ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੀ ਸੀ। ਕਮਰੇ ਵਿੱਚ ਏਸੀ ਨਹੀਂ ਸੀ। ਬਾਹਰ ਵਿਹੜੇ ਵਿੱਚ ਸੌਂਦਿਆਂ ਮੈਨੂੰ ਡਰ ਲੱਗਦਾ ਸੀ
ਇਸ ਲਈ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬੱਚਿਆਂ ਨਾਲ ਸੋ ਜਾਂਦੀ ਸੀ। ਮੈਂ ਸੋ ਰਹੀ ਸੀ, ਉਦੋਂ ਮੈਨੂੰ ਲੱਗਿਆ ਜਿਵੇਂ ਕੋਈ ਮੇਰੇ ਨੇੜੇ ਖੜਾ ਹੈ, ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਆਪਣੀ ਨੀਂਦ ਤੋਂ ਜਾਗੀ ਤੇ ਮੇਰੇ ਕੋਲ ਦੁਪੱਟਾ ਨਹੀਂ ਸੀ। ਫਿਰ ਮੈਂ ਆਪਣੀਆਂ ਸੁੱਤੀਆਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੇਰਾ ਸਹੁਰਾ ਮੈਨੂੰ ਜਗਾ ਰਿਹਾ ਸੀ। ਮੈਂ ਇੱਕਦਮ ਘਬਰਾ ਕੇ ਜਾਗੀ ਅਤੇ ਅੱਖਾਂ ਖੋਲ੍ਹ ਕੇ ਹੈਰਾਨੀ ਨਾਲ ਉਸ ਵੱਲ ਦੇਖਿਆ। ਉਹ ਮੈਨੂੰ ਕਹਿਣ ਲੱਗਾ, ਡਰੋ ਨਾ। ਮੈਂ ਹਾਂ ਕੋਮਲ, ਮੈਨੂੰ ਤੇਰੇ ਨਾਲ ਕੁਝ ਕੰਮ ਸੀ। ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ, ਕੁਝ ਦੇਰ ਲਈ ਮੇਰੇ ਸਿਰ ਨੂੰ ਦਬਾਓ। ਮੈਂ ਝੱਟ ਆਪਣੇ ਦੁਪੱਟੇ ਨੂੰ ਲੈਣ ਦੀ ਕੋਸ਼ਿਸ਼ ਕੀਤੀ ਜੋ ਸਾਹਮਣੇ ਸੋਫੇ ਤੇ ਪਿਆ ਸੀ। ਫਿਰ ਮੈਂ ਮੰਜੇ ਤੋਂ ਉੱਠੀ ਤੇ ਆਪਣੇ ਆਪ ਨੂੰ ਚੁੰਨੀ ਨਾਲ ਢੱਕਿਆ ਅਤੇ ਉਸ ਨੂੰ ਕਿਹਾ, ਸਹੁਰਾ ਜੀ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਲਈ ਚਾਹ ਬਣਾ ਦੇਵਾਂ। ਉਸਨੇ ਕਿਹਾ, ਮੈਂ ਨਹੀਂ ਚਾਹੁੰਦਾ, ਪਰ ਤੂੰ ਮੇਰੇ ਲਈ ਇੱਕ ਕੰਮ ਕਰ, ਆਪਣੇ ਸੋਹਣੇ ਹੱਥਾਂ ਨਾਲ ਮੇਰਾ ਸਿਰ ਦਬਾ ਦੇ। ਚਾਹ 'ਚ ਕੈਫੀਨ ਹੁੰਦੀ ਹੈ, ਜਿਸ ਨੂੰ ਪੀਣ ਨਾਲ ਦਰਦ ਵੱਧ ਜਾਂਦਾ ਹੈ। ਫਿਰ ਉਹ ਮੈਨੂੰ ਵਾਰ-ਵਾਰ ਕਹਿਣ ਲੱਗਿਆ ਕਿ ਮੈਂ ਹੇਠਾਂ ਕਮਰੇ ਵਿੱਚ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਇਹ ਕਹਿ ਕੇ ਉਹ ਹੇਠਾਂ ਚਲਾ ਗਿਆ। ਮੈਂ ਹੈਰਾਨ ਅਤੇ ਪਰੇਸ਼ਾਨ ਖੜੀ ਸੀ। ਅੱਧੀ ਰਾਤ ਦੇ ਸਮੇਂ ਉਸਦੇ ਕਮਰੇ ਵਿੱਚ ਜਾਣਾ ਪਹਾੜ ਉੱਤੇ ਚੜ੍ਹਨ ਵਰਗਾ ਲੱਗਦਾ ਸੀ, ਪਰ ਉਸਦੀ ਗੱਲ ਮੰਨਣੀ ਵੀ ਜ਼ਰੂਰੀ ਸੀ ਕਿਉਂਕਿ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੀ ਸੀ। ਆਖਰਕਾਰ ਉਹ ਮੇਰਾ ਅਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਆਪਣੀ ਮਜਬੂਰੀ ਬਾਰੇ ਸੋਚ ਕੇ ਮੈਂ ਹੇਠਾਂ ਵੱਲ ਨੂੰ ਜਾਣ ਲੱਗੀ। ਮੈਂ ਕਮਰੇ ਦਾ ਦਰਵਾਜ਼ਾ ਹਲਕਾ ਜਿਹਾ ਬੰਦ ਕਰ ਦਿੱਤਾ ਸੀ ਤਾਂ ਜੋ ਬੱਚੇ ਜਾਗ ਨਾ ਜਾਣ। ਹੇਠਾਂ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਆਉਣ ਦੀ ਉਡੀਕ ਕਰ ਰਿਹਾ ਹੋਵੇ। ਫਿਰ ਮੈਨੂੰ ਆਉਂਦਾ ਦੇਖ ਕੇ ਉਹ ਮੰਜੇ ਤੇ ਲੇਟ ਗਿਆ ਅਤੇ ਮੈਨੂੰ ਜਲਦੀ ਨਾਲ ਸਿਰ ਦਬਾਉਣ ਲਈ ਕਿਹਾ, ਇੰਨੇ ਸਮੇਂ ਤੋਂ ਮੈਂ ਤੇਰੇ ਆਉਣ ਦੀ ਉਡੀਕ ਕਰ ਰਿਹਾ ਹਾਂ ਅਤੇ ਸੌਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਉਸ ਕੋਲ ਬੈਠ ਗਈ ਅਤੇ ਹੌਲੀ-ਹੌਲੀ ਉਸ ਦਾ ਸਿਰ ਦਬਾਉਣ ਲੱਗੀ। ਮੈਂ ਕੁਝ ਦੇਰ ਤੱਕ ਉਸ ਦਾ ਸਿਰ ਦਬਾਉਂਦੀ ਰਹੀ। ਫਿਰ ਅਚਾਨਕ ਉਸਨੇ ਆਪਣਾ ਸਿਰ ਚੁੱਕ ਕੇ ਮੇਰੀ ਗੋਦੀ ਵਿੱਚ ਰੱਖ ਲਿਆ। ਮੇਰਾ ਦਿਲ ਸੁੱਕੇ ਪੱਤੇ ਵਾਂਗ ਕੰਬ ਰਿਹਾ ਸੀ। ਮੇਰੇ ਨਾਲ ਇਹ ਕੀ ਹੋ ਰਿਹਾ ਸੀ ਅਤੇ ਉਹ ਕੀ ਕਰ ਰਹੇ ਸਨ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕੀ ਉਹ ਮੇਰੇ ਨਾਲ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦਾ ਸੀ? ਮੈਂ ਹੌਲੀ-ਹੌਲੀ ਉੱਠਣ ਲੱਗੀ ਤਾਂ ਅਚਾਨਕ ਉਸਨੇ ਮੈਨੂੰ ਝਟਕੇ ਨਾਲ ਖਿੱਚ ਲਿਆ ਤੇ ਆਪਣੇ ਉੱਪਰ ਸੁੱਟ ਲਿਆ। ਫਿਰ ਮੈਂ ਆਪਣੇ ਆਪ ਨੂੰ ਉਸ ਤੋਂ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਤਕੜਾ ਸੀ। ਉਸਨੇ ਮੈਨੂੰ ਇੰਨਾ ਕੱਸਿਆ ਹੋਇਆ ਸੀ ਕਿ ਮੇਰੀ ਕੋਸ਼ਿਸ਼ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕੀ। ਫਿਰ ਉਸ ਨੂੰ ਪੁੱਛਿਆ, ਸਹੁਰਾ ਜੀ, ਤੁਸੀਂ ਇਹ ਸਭ ਕੀ ਕਰ ਰਹੇ ਹੋ? ਤੁਸੀਂ ਮੇਰੇ ਨਾਲ ਅਜੇ ਗੰਦੇ ਕੰਮ ਕਿਵੇਂ ਕਰ ਸਕਦੇ ਹੋ? ਮੈਂ ਤੇਰੇ ਮਰੇ ਹੋਏ ਪੁੱਤ ਦੀ ਘਰ ਵਾਲੀ ਹਾਂ। ਘੱਟੋ-ਘੱਟ ਤੂੰ ਆਪਣੇ ਉਸ ਪੁੱਤ ਦਾ ਖਿਆਲ ਰੱਖ। ਉਹ ਗੁੱਸੇ ਨਾਲ ਮੇਰੇ ਤੇ ਚਿੱਕਣ ਲੱਗਾ। ਜਦੋਂ ਤੱਕ ਤੂੰ ਉਸ ਦੀ ਪਤਨੀ ਸੀ ਤੇ ਮੇਰੇ ਪੁੱਤਰ ਨਾਲ ਤੇਰਾ ਰਿਸ਼ਤਾ ਸੀ, ਉਸ ਸਮੇਂ ਤੂੰ ਮੇਰੀ ਨੂੰਹ ਸੀ, ਪਰ ਜਿਵੇਂ ਹੀ ਮੇਰਾ ਪੁੱਤਰ ਮਰਿਆ, ਤੂੰ ਮੇਰੀ ਨੂੰਹ ਨਹੀਂ ਰਹੀ। ਜੇ ਤੂੰ ਇਸ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਮੇਰੇ ਅਨੁਸਾਰ ਤੈਨੂੰ ਮੇਰੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਉਸਨੇ ਮੈਨੂੰ ਇੱਕ ਝਟਕਾ ਦਿੱਤਾ ਅਤੇ ਮੈਨੂੰ ਮੰਜੇ ਤੇ ਪਾ ਦਿੱਤਾ। ਉਸਨੇ ਮੇਰੀ ਹੋਂਦ ਨੂੰ ਪੂਰੀ ਤਰ੍ਹਾਂ ਬੇਵਸ ਕਰ ਦਿੱਤਾ ਸੀ। ਮੈਂ ਜ਼ਖਮੀ ਪੰਛੀ ਵਾਂਗ ਫੜਫੜਾ ਰਹੀ ਸੀ। ਉਸ ਨੂੰ ਇੰਨੇ ਸਾਲਾਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੱਕ ਔਰਤ ਮਿਲੀ ਸੀ ਅਤੇ ਉਸਨੇ ਸਾਰੀ ਕਸਰ ਮੇਰੇ ਉੱਤੇ ਕੱਢ ਦਿੱਤੀ। ਆਖਰਕਾਰ ਉਹ ਮੈਨੂੰ ਆਪਣੇ ਜਿਸ ਉਦੇਸ਼ਾਂ ਲਈ ਵਰਤਣਾ ਚਾਹੁੰਦਾ ਸੀ, ਅੱਜ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਸੀ। ਮੈਂ ਉਸਦੇ ਬਿਸਤਰ ਤੇ ਬਿਲਕੁਲ ਬੇਵਸ ਪਈ ਸੀ। ਜਦੋਂ ਉਹ ਮੇਰੇ ਤੋਂ ਸੰਤੁਸ਼ਟ ਹੋ ਗਿਆ ਤਾਂ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਉੱਪਰ ਜਾ ਤੇ ਧਿਆਨ ਰੱਖਣਾ, ਤੂੰ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਦੱਸੇਗੀ। ਵੈਸੇ ਵੀ ਲੋਕ ਜਾਣਦੇ ਹਨ ਕਿ ਮੈਂ ਕਿੰਨਾ ਚੰਗਾ ਇਨਸਾਨ ਹਾਂ। ਇਲਾਕੇ ਵਿੱਚ ਮੇਰਾ ਬਹੁਤ ਨਾਂ ਤੇ ਸਤਿਕਾਰ ਹੈ। ਜੇ ਤੂੰ ਕਿਸੇ ਅੱਗੇ ਮੂੰਹ ਖੋਲ੍ਹਿਆ ਤਾਂ ਮੈਂ ਸਾਰਿਆਂ ਨੂੰ ਦੱਸਾਂਗਾ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਮੇਰੇ ਨਾਲ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦੀ ਸੀ ਅਤੇ ਮੈਂ ਤੇਰੀ ਗਲਤੀ ਨੂੰ ਸਾਬਤ ਕਰਨ ਵਿੱਚ 1 ਮਿੰਟ ਨਹੀਂ ਲਗਾਵਾਂਗਾ। ਮੈਂ ਆਪਣੀ ਸਸਤੀ ਹੋਂਦ ਨੂੰ ਚੁੱਕ ਲਿਆ ਅਤੇ ਆਪਣੇ ਜ਼ਖਮੀ ਦਿਲ ਨਾਲ ਆਪਣੇ ਕਮਰੇ ਦੀਆਂ ਪੌੜੀਆਂ ਚੜ੍ਹ ਗਈ। ਮੇਰੇ ਦੋਵੇਂ ਮਾਸੂਮ ਬੱਚੇ ਬੇਖੌਫ ਸੁੱਤੇ ਪਏ ਸਨ। ਉਹ ਨਹੀਂ ਜਾਣਦੇ ਸਨ ਕਿ ਉਹਨਾਂ ਦੀ ਮਾਂ ਨਾਲ ਕੀ ਕੁਝ ਹੋ ਰਿਹਾ ਸੀ। ਮੈਂ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀ ਸੀ, ਉਸ ਕਾਰਨ ਮੇਰਾ ਦਿਲ ਟੁੱਟ ਗਿਆ ਸੀ। ਫਿਰ ਮੈਂ ਨਹਾਉਣ ਲਈ ਬਾਥਰੂਮ ਚਲੀ ਗਈ। ਦੂਜੀ ਸਵੇਰ ਮੇਰੇ ਲਈ ਹੋਰ ਵੀ ਖਤਰਨਾਕ ਸਾਬਤ ਹੋਈ। ਮੈਂ ਆਪਣੇ ਜ਼ਖਮੀ ਦਿਲ ਨਾਲ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਮੇਰਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ। ਹੁਣ ਮੈਂ ਸਹੁਰੇ ਦੇ ਕਮਰੇ ਵਿੱਚ ਜਾਣ ਤੋਂ ਵੀ ਝਿਜਕ ਰਹੀ ਸੀ, ਪਰ ਮੈਨੂੰ ਨਾਸ਼ਤਾ ਮੇਰੇ ਸਹੁਰੇ ਨੂੰ ਦੇਣ ਜਾਣਾ ਪੈਣਾ ਸੀ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਨਾਂ ਨੇ ਮੈਨੂੰ ਇਸ ਘਰ ਵਿੱਚ ਰੱਖੇ ਆਪਣਾ ਕਿੰਨਾ ਫਾਇਦਾ ਸੋਚਿਆ ਸੀ ਅਤੇ ਇਹ ਫਾਇਦਾ ਉਹਨਾਂ ਨੇ ਹੁਣ ਪ੍ਰਾਪਤ ਕਰ ਲਿਆ ਸੀ। ਹੁਣ ਜਦੋਂ ਮੈਂ ਹੇਠਾਂ ਨਹੀਂ ਗਈ ਤਾਂ ਉਹ ਆਪ ਹੀ ਉੱਪਰ ਆ ਗਿਆ। ਉਹ ਮੇਰੇ ਕੋਲ ਰਸੋਈ ਵਿੱਚ ਆਇਆ ਅਤੇ ਮੈਨੂੰ ਪੁੱਛਿਆ, ਅੱਜ ਨਾਸ਼ਤਾ ਲੈ ਕੇ ਕਿਉਂ ਨਹੀਂ ਆਈ?
मैं उस दियां गल्लां दा कोई जवाब ना दिता अते चुप रही। ਉਹ हौली हौली कहण लगा, देखो रात ਨੂੰ जो भी होया भुल जाओ अते अपनी जिंदगी जियो, खाओ पियो अते जिंदगी का आनंद लो। जे तू मैनू इसे तरह खुश रखती है तो मैं भी तेनू हमेशा खुश रखांगा। मैं तेनू बहुत सारिया ऐसो आराम अते सुख सहूलतां देवांगा। उस दियां गल्लां सुन के मैं गुस्से नाल उस तो मूँह फेर लिया, फिर चुपचाप नाश्ता ट्रे विच पा दिता। हुण इंज लगदा सी जिवें मेरी जिंदगी ने नवा मोड़ लेना शुरू कर दिता होवे। सारा दिन सिर्फ मैं, मेरा सोहरा अते मेरे बच्चे ही घर विच रहिंदे, बाहरों कोई मर्द जां औरत घर विच नहीं आउंदा सी। हुण ओह हफ्ते विच 1 जां 2 वार मेरे नाल यही पाप करन लग पिया। कई बार मन विच ख्याल आउंदा कि अपनी माँ ते मेरे भरा नूं अपने सोहरे दी असलीयत दस के मैं अपने बच्चों समेत सदा लई इत्थों चली जावां। मैनूं ये घर छड्ड देना चाहिदा है। पर फिर मैं ये सोच के डर जांदी कि शायद मेरा सोहरा मेरे भरा नूं कहे कि मेरा चरित्र खराब है अते फिर इन्ने सालों तो उसने विआह भी नहीं किया सी। अक्सर लोग उस बारे दसदे सन कि उसने अपनी जिंदगी विच एक औरत नूं छड्ड के किसी होर औरत नूं कदे प्यार नहीं किया अते ना ही उसने किसी औरत वल तक्या। पर वो लोग ये नहीं जानते सन कि उसके मन विच मेरे लिए कितना गंद भरिया होया सी ते वो मेरे नाल इन्ना गंदा काम कर रहा सी। इस तरह कुछ दिन बीत गए अते मेरा हर रोज़ उस गंदे माहौल विच दम घुटदा रहा। हर दिन मेरे लिए सजा बन गया। उसने मेरे बच्चों को शहर के सब तो मशहूर स्कूल विच दाखला भी दवाया। उसने कहा कि जेकर तू इस तरह ही मेरा कहना मनदी रही तो वह मेरे बच्चों को इस तरह ऐश करवाउंदे रहणगे अते उन्हां दे आराम लई हर चंगी चीज़ लियाउणगे। पर मैं अंदरों मर रही सी। मैनूं लगा जिवें किसी दिन मैं जहर दीयां गोलियां खा के आत्म हत्या कर लवांगी। हर दूजे दिन उसके बिस्तर ते जाना मैनूं लगदा सी जिवें मैं बलदे कोलियां ते पैर रख रही हाँ। मैं हर रोज़ उस अग विच सड़ रही सी अते मेरी आत्मा उस विच पसम हो रही सी। मैनूं हुण जीण नालों मरना सौखा लग रहा सी। पर जदों मैं अपने बच्चों बारे सोचदी कि मेरी मौत तो बाद उन्हां दा की होवेगा, ये बच्चे मेरे अते दीप की निशानी हैं। एक दिन कुछ अजिहा होया जिस दी मैनूं उम्मीद भी नहीं सी। एक दिन जदों बच्चे स्कूल गए हुए सन तां मेरा सोहरा मैनूं कमरे विच बुला रहा सी। मैनूं लगा जिवें रसोई विच रखिया चाकू चुक के मैं उसनूं मार देवां। मैं 5 साल तो ये सज़ा भुगत रही सी। हुण मेरी बर्दाश्त की हद हो गई सी। वो मैनूं खिच के अपने कमरे विच ले जा रहा सी। शायद गलती नाल वो अपने कमरे का दरवाज़ा खुला छड्ड गया सी। वो मैनूं इस तरह खिच रहा सी जिवें मैं कोई इंसान नहीं हाँ। फिर अचानक मेरी ननाण कमरे विच आ गई। मैनूं कुछ समझ नहीं आया। अपनी अखां नाल उसने अपने पिता नूं मेरे ते जबरदस्ती करदे देखिया। उस दियां अखां विच अपने पिता लई सख्त नफरत सी। मैं उच्ची उच्ची रो रही सी अते कह रही सी कि मैनूं छड्ड दिओ अते मैं उसनूं हाथ जोड़ के बेनती कर रही सी कि सोहरा साहब रब दी खातर रुको अते मैनूं जाण दिओ। मैनूं तुहाडे वांग इन्हां गुनाहां विच ना शामिल करो। पर वो पापी आदमी मेरी इज्जत नूं लताड़दा होया मैनूं कमरे दे अंदर खिच रहा सी। मेरी नाल ये सारी घटना अपणियां अखां नाल देख रही सी। वो अपने पिता कोल आई अते कहण लगी, मैं समझदी सी कि मेरे पिता वड्डे दिल वाले हन जिन्हां ने अपने पुत्र की मौत तो बाद अपनी विधवा नूं अते उसदे बच्चों की जिम्मेवारी अपने सिर लै लई सी। पर मैं नहीं जानती सी कि तू अजिहा घटिया बंदा है जो अपनी नूं नाल अपनी वासना पूरी कर रहा है अते तू अपनी वासना पूरी कर ले इस घर विच दीप भरा दी घरवाली नूं थां दित्ती है। काश तुसीं भाबी नूं गलत निगाह नाल देखण दी बजाय उसनूं धी दे जरिए तो देखिया हुंदा। मैनूं उम्मीद नहीं सी कि तुसीं इन्ने डिग जाओगे। अज मेरा सिर शर्म नाल झुक गया है क्योंकि जिस पिता की मैं बहुत इज्जत करती सी वो सदा लई मेरी नज़र तो डिग गया है। हुण मैं तुहानूं दसदी हाँ कि अज तो बाद मेरा तुहाडे नाल कोई संबंध नहीं है अते मेरा पिता मेरे लिए मर गया है अते तुसीं ये भुल गए हो कि तुहाडी भी एक धी है। क्योंकि जो व्यक्ति दूजियां दी धी नूं बर्बाद करता है वो इंसान कहाउण दा ही हकदार नहीं है, वो एक जानवर है। मेरी ननाण रोंदी हुई उत्थों चली गई ते मेरा सोहरा चुपचाप सुनता रहा। वो बहुत शर्म महसूस कर रहा सी। फिर एक दिन पता लगा कि वो सब कुछ छड्ड के किते चला गया है। उस बारे किसी नूं कुछ पता नहीं लग सकिया। आखिर वो कित्थे गया, पर उसके कमरे विच एक कागज़ रखा होया सी जिस उत्ते वसीयत लिखी हुई सी। उसने सब कुछ मेरे अते मेरे बच्चों के नां कर दिता सी। शायद उसनों अपनी गलती का पछतावा होया सी,
ਇਸ ਲਈ ਉਸਨੇ ਆਪਣੀ ਸਾਰੀ ਜਾਇਦਾਦ ਦੇ ਦਿੱਤੀ। ਇਸ ਨੂੰ ਮੇਰੇ ਅਤੇ ਮੇਰੇ ਬੱਚਿਆਂ ਦੇ ਨਾਮ ਤੇ ਬਣਾਇਆ ਹੈ। ਜੋ ਮੇਰੇ ਨਾਲ ਹੋਇਆ ਉਹ ਕਿਸੇ ਦੀ ਘਰਵਾਲੀ ਨਾਲ ਨਾ ਹੋਵੇ। ਮੈਂ ਦੁਆ ਕਰਦੀ ਹਾਂ ਕਿ ਹਰ ਵਿਧਵਾ ਔਰਤ ਨੂੰ ਚੰਗੀ ਜ਼ਿੰਦਗੀ ਅਤੇ ਇੱਜ਼ਤ ਮਿਲੇ।